Do you face problem in PTE speaking, especially read aloud? Then this video is for you guys. ਸਤਿ ਸ਼੍ਰੀ ਅਕਾਲ ਸਾਰਿਆਂ ਦਾ, ਮੇਰਾ ਨਾਮ ਹੈ Amrit and I'm from Amritsar IELTS PTE Center. In this video, I'll let you know what you need to take into consideration the different parameters ਜਦੋਂ ਤੁਸੀਂ read aloud ਕਰਨਾ ਹੈ. This is the sample for read aloud. You can see here, this is the sample how it will look on the screen, right? ਹੁਣ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਦੇਖੋ ਜਿਹੜਾ ਸੈਂਪਲ ਦਿੱਤਾ ਹੋਇਆ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਅਸੀਂ ਕਿਸ ਤਰ੍ਹਾਂ ਇਹਨੂੰ ਰੀਡ ਕਰਨਾ ਹੈ, ਕਿੰਨਾ ਪ੍ਰੈਪਰੇਸ਼ਨ ਟਾਈਮ ਮਿਲਦਾ ਹੈ। ਬਟ ਉਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਰੀਡ ਅਲਾਊਡ ਹੁੰਦਾ ਕੀ ਹੈ। ਦੇਖੋ ਇਟ ਇਜ਼ ਅ ਟੈਕਸਟ ਔਨ ਦ ਸਕਰੀਨ, ਰਾਈਟ? ਯੂ ਹੈਵ ਟੂ ਰੀਡ ਦ ਟੈਕਸਟ ਅਲਾਊਡ। ਅਲਾਊਡ ਮੀਨਸ ਥੋੜਾ ਜਿਹਾ ਲਿਟਲ ਬਿਟ ਅਸੀਂ ਲਾਊਡ ਬੋਲਣਾ ਹੈ, ਨਾਰਮਲ ਟੋਨ ਨਾਲੋਂ। ਓਕੇ, ਸਕਿੱਲਸ ਅਸੈਸ ਕਿਹੜੀਆਂ ਹੁੰਦੀਆਂ ਨੇ ਇਹਦੇ ਵਿੱਚ? ਯੂ ਵਿਲ ਗੈਟ ਮਾਰਕਸ ਇਨ ਰੀਡਿੰਗ ਐਂਡ ਸਪੀਕਿੰਗ, ਬੋਥ ਦਾ ਮੋਡਿਊਲ ਦੇ ਵਿੱਚ ਤੁਹਾਡੇ ਮਾਰਕਸ ਆਉਣਗੇ। ਸੋ ਆਈ ਥਿੰਕ ਇਹ ਵਧੀਆ ਆਪਸ਼ਨ ਆ। ਰੀਡ ਅਲਾਊਡ ਜੇ ਵਧੀਆ ਕਰੋਗੇ ਤਾਂ ਤੁਹਾਡੇ ਰੀਡਿੰਗ ਦੇ ਵਿੱਚ ਸਕੋਰਸ ਆਪੇ ਐਨਹੈਂਸ ਹੋ ਜਾਣਗੇ, ਰਾਈਟ? ਲੈਂਥ, ਕੁਐਸਚਨ ਜਿਹੜਾ ਸਾਡੇ ਕੋਲ ਆਉਂਦਾ, ਜਿਸ ਤਰ੍ਹਾਂ ਦੇਖੋ ਸਾਨੂੰ ਕੁਐਸਚਨ ਹੈਗਾ, ਇਹਦੀ ਲੈਂਥ ਕਿੰਨੀ ਹੋ ਸਕਦੀ ਹੈ? ਇਟ ਕੈਨ ਬੀ ਅਪ ਟੂ 60 ਵਰਡਸ। ਓਕੇ, ਟਾਈਮ ਟੂ ਆਨਸਰ, ਕਿੰਨਾ ਟਾਈਮ ਮਿਲਦਾ ਹੈ ਸਾਨੂੰ ਇਹ ਟੈਕਸਟ ਨੂੰ ਪੜ੍ਹਨ ਦਾ? ਦੇਖੋ ਬੱਚੇ, ਇਹ ਵੀ ਡਿਪੈਂਡ ਕਰਦਾ ਆ ਕਿੰਨੀ ਲੈਂਥ ਆ ਕੁਐਸਚਨ ਦੀ। ਜੇ ਕੁਐਸਚਨ ਦੀ ਲੈਂਥ ਜ਼ਿਆਦਾ, ਯੂ ਵਿਲ ਗੈਟ ਮੋਰ ਟਾਈਮ, ਘੱਟ ਆ ਤਾਂ ਲੈਸ ਟਾਈਮ। ਚਲੋ ਅਸੀਂ ਗੱਲ ਕਰਦੇ ਜੋ ਸਾਡੀ ਸਕਰੀਨ ਦੇ ਉੱਪਰ ਸੈਂਪਲ ਗਿਵਨ ਆ। ਓਕੇ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਦਿੱਤਾ ਹੋਇਆ ਰੀਡ ਅਲਾਊਡ, ਉੱਪਰ ਮੈਨੂੰ ਕੀ ਗਿਵਨ ਹੈ? ਪ੍ਰੈਪਰੇਸ਼ਨ ਟਾਈਮ। ਪ੍ਰੈਪਰੇਸ਼ਨ ਟਾਈਮ ਦੇ ਵਿੱਚ ਲਿਖਿਆ ਆ ਕਿ ਇਨ 35 seconds ਯੂ ਮਸਟ ਰੀਡ ਦਿਸ ਟੈਕਸਟ ਅਲਾਊਡ ਐਜ਼ ਨੈਚੁਰਲੀ ਐਂਡ ਕਲੀਅਰਲੀ ਐਜ਼ ਪੋਸੀਬਲ। ਯੂ ਹੈਵ 35 seconds ਟੂ ਰੀਡ ਅਲਾਊਡ। ਦੇਖੋ ਇਹ ਜਿਹੜੇ 35 seconds ਨੇ, ਇਹ ਤਾਂ ਸਾਨੂੰ ਟਾਈਮ ਦਿੱਤਾ ਆ ਕਿ ਤੁਸੀਂ ਆਹ ਟੈਕਸਟ ਨੂੰ ਕਿੰਨੇ ਟਾਈਮ 'ਚ ਰੀਡ ਕਰਨਾ ਆ, ਕਿ ਤੁਹਾਨੂੰ ਕਿੰਨਾ ਸਮਾਂ ਦਿੱਤਾ ਆ। ਬਟ ਇਸ ਤੋਂ ਪਹਿਲਾਂ ਸਾਨੂੰ ਪ੍ਰੈਪਰੇਸ਼ਨ ਟਾਈਮ ਵੀ ਮਿਲਦਾ ਆ ਪ੍ਰੀਪੇਅਰ ਕਰਨ ਦੇ ਲਈ। ਉਹ ਟਾਈਮ ਕਿੱਥੇ ਸ਼ੋ ਹੁੰਦਾ ਆ? ਇਸ ਬਾਕਸ ਦੇ ਵਿੱਚ। ਸੋ ਇਨੀਸ਼ੀਅਲੀ ਸਾਨੂੰ ਕਿੰਨਾ ਟਾਈਮ ਦੇ ਸਕਦੇ ਆ? 35 seconds ਦੇ ਸਕਦੇ ਆ, ਕੁਛ ਵੱਧ ਘੱਟ ਸਮਾਂ ਦੇ ਸਕਦੇ ਆ ਇਹ ਸਾਨੂੰ ਟੈਕਸਟ ਨੂੰ ਪ੍ਰਪੇਅਰ ਕਰਨ ਦੇ ਲਈ। ਸੋ ਜਦੋਂ ਤੁਹਾਨੂੰ ਇਹ ਟਾਈਮ ਦਿੱਤਾ ਜਾਂਦਾ, ਇਹਨੂੰ ਟਾਈਮ ਨੂੰ ਯੂਟੀਲਾਈਜ਼ ਕਰੋ ਵਧੀਆ ਤਰੀਕੇ ਨਾਲ। ਉਹ ਕਿਤਨਾ, ਜਦੋਂ ਤੁਸੀਂ ਰੀਡ ਅਲਾਊਡ ਨੂੰ ਦੇਖ ਰਹੇ ਹੋ, ਪ੍ਰਪੇਅਰ ਕਰ ਰਹੇ ਹੋ, ਲੁੱਕ ਫॉर ਦ ਡਿਫਿਕਲਟ ਵਰਡਸ ਜਿਹੜੇ ਤੁਹਾਨੂੰ ਪ੍ਰੋਨਾਊਂਸ ਕਰਨ ਲਈ ਔਖੇ ਲੱਗਦੇ ਆ। ਮੋਰ ਓਵਰ ਲੁੱਕ ਫॉर ਦ ਪੰਚੁਏਸ਼ਨ। ਦੇਖੋ ਫੁੱਲ ਸਟਾਪ ਕਿੱਥੇ ਆ ਰਿਹਾ ਆ, ਕੋਮਾ ਕਿੱਥੇ ਆ ਰਿਹਾ ਆ, ਫੁੱਲ ਸਟਾਪ ਕਿੱਥੇ ਆ। ਇਹ ਫੁੱਲ ਸਟਾਪ ਕੋਮਾ ਜਾਣਨਾ ਕਿਉਂ ਜ਼ਰੂਰੀ ਆ? ਕਿਉਂਕਿ ਜਦੋਂ ਵੀ ਕਿਤੇ ਫੁੱਲ ਸਟਾਪ ਆਉਂਦਾ ਆ, ਤੁਸੀਂ ਨੈਕਸਟ ਵਰਡ 'ਤੇ ਸਟ੍ਰੈਸ ਪਾਉਣਾ ਆ। ਥੋੜ੍ਹਾ ਜਿਹਾ ਉਹਨੂੰ ਲਾਊਡ ਬੋਲੋਗੇ, ਬਾਕੀ ਵਰਡ ਨੂੰ ਸਮੂਥ ਬੋਲੋਗੇ। ਜਿੱਥੇ ਕਿਤੇ ਕੋਮਾ ਆਉਂਦਾ ਹੈ, ਛੋਟਾ ਜਿਹਾ ਪੌਜ਼ ਲਓਗੇ, ਨੈਕਸਟ ਵਰਡ ਨੂੰ ਥੋੜਾ ਸਟ੍ਰੈਸ ਪਾਓਗੇ। ਸੋ ਇਸ ਕਰਕੇ ਕੋਮਾ ਪੰਚੁਏਸ਼ਨ ਜਾਣਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਪ੍ਰੈਪਰੇਸ਼ਨ ਟਾਈਮ ਸਾਨੂੰ ਮਿਲਦਾ ਹੈ ਕੁਝ, ਉਹ ਅਸੀਂ ਇੱਥੋਂ ਦੇਖ ਸਕਦੇ ਹਾਂ। ਜਦੋਂ ਇਹ ਟਾਈਮ ਘੱਟ ਕੇ 0 ਤੇ ਆ ਜਾਂਦਾ, ਦਿਸ ਰਿਕਾਰਡਰ ਵਿਲ ਓਪਨ ਅਪ, ਦੈਨ ਤੁਸੀਂ ਰੀਡ ਕਰਨਾ ਸ਼ੁਰੂ ਕਰ ਦੇਣਾ ਹੈ। ਪੜ੍ਹਨਾ ਕਿੰਨੇ ਟਾਈਮ 'ਚ? 35 seconds ਦੇ ਵਿੱਚ। ਓਕੇ, ਮੂਵ ਔਨ ਕਰਦੇ ਹਾਂ। ਪਹਿਲੀ ਗੱਲ ਦੇਖੋ, ਹੁਣ ਰੀਡ ਤਾਂ ਸਾਰਿਆਂ ਨੇ ਕਰ ਲੈਣਾ ਹੈ, ਬਟ ਹੂ ਵਿਲ ਗੈਟ ਹਾਇਰ ਬੈਂਡ ਸਕੋਰ? ਦੇਖੋ ਮੈਂ ਵੀ ਰੀਡ ਕਰ ਲੈਣਾ, ਤੁਸੀਂ ਵੀ ਕਰ ਲੈਣਾ, ਕੋਈ ਥਰਡ ਪਰਸਨ ਵੀ ਕਰ ਲੇਗਾ। ਬਟ ਪੁਆਇੰਟ ਇਹ ਮੈਟਰ ਕਰਦਾ, ਹਾਈ ਬੈਂਡ ਸਕੋਰ ਕਿੱਦਾਂ ਆਉਣਗੇ? ਦੇਖੋ ਮੈਂ ਤੁਹਾਨੂੰ ਦੱਸਦਾ ਕਿੱਦਾਂ ਆਉਣਗੇ। ਪਹਿਲੀ ਚੀਜ਼ ਜਿਹੜੀ ਸਾਨੂੰ, ਜਿਹਦੇ 'ਤੇ ਸਾਨੂੰ ਫੋਕਸ ਕਰਨ ਦੀ ਲੋੜ ਹੈਗੀ ਬੱਚੇ, ਉਹ ਹੈਗਾ ਹੈ ਸਾਡੇ ਕੋਲ ਓਰਲ ਫਲੂਐਂਸੀ। ਬੱਚੇ ਦੇਖੋ, ਓਰਲ ਫਲੂਐਂਸੀ ਦਾ ਮਤਲਬ ਬੱਚੇ ਬਹੁਤ ਗਲਤ ਸੋਚਦੇ ਨੇ। ਉਹ ਸੋਚਦੇ ਕਿ ਅਸੀਂ ਬਿਲਕੁਲ ਹੀ ਫਾਸਟ ਬੋਲਣਾ ਹੈ। ਠੀਕ ਹੈ, ਆਮ ਸੌਰੀ, ਅਸੀਂ ਇਹਨੂੰ ਬੋਲਣਾ ਹੈ ਫਾਸਟ। ਅਸੀਂ ਇਹਨੂੰ ਵਨ ਗੋ 'ਚ ਬੋਲ ਦੇਣਾ ਹੈ। ਵਨ ਗੋ ਕੀ ਮਤਲਬ? ਸਾਹ ਨਹੀਂ ਲੈਣਾ, ਸਹੁੰ ਖਾਲੀ ਵੱਡੇ ਮਹਾਰਾਜ ਦੀ, ਕਿ ਸਿੱਧਾ ਇਹਨੂੰ ਤੁਸੀਂ ਇੱਕੋ ਗੋ 'ਚ ਪੜ੍ਹਤਾ ਸਾਰਾ ਸੈਂਟੈਂਸ। ਬੱਚੇ ਦੈਟ ਇਜ਼ ਅ ਰੋਂਗ ਵੇ ਆਫ ਡੂਇੰਗ ਰੀਡ ਅਲਾਊਡ। ਪਹਿਲੀ ਗੱਲ, ਫਲੂਐਂਸੀ ਹੁੰਦੀ ਕੀ ਆ? ਬੱਚੇ ਫਲੂਐਂਸੀ ਤੁਹਾਨੂੰ ਮੈਂ ਦੱਸਦਾ ਕੀ ਹੁੰਦੀ ਆ। ਫਲੂਐਂਸੀ ਤੁਹਾਡੀ ਜਿਹੜੀ ਆ ਨਾ, ਉਹ ਹੁੰਦੀ ਆ ਇਨ ਦਾ ਫਾਰਮ ਆਫ ਚੰਕਸ ਦੇ ਵਿੱਚ। ਹੁਣ ਤੁਸੀਂ ਕਹਿਣਾ ਚੰਕਸ ਕੀ ਚੀਜ਼ ਆ? ਦੇਖੋ ਆ ਜਿਹੜਾ ਸੈਂਟੈਂਸ ਲਿਖਿਆ ਸਾਹਮਣੇ, ਡਜ਼ ਯੂਰ ਰਿਸਪੌਂਸ ਡੈਮੋਨਸਟ੍ਰੇਟ ਅ ਸਮੂਥ ਐਫਰਟਲੈਸ ਐਂਡ ਨੈਚੁਰਲ ਰੇਟ ਆਫ ਸਪੀਚ। ਮੈਂ ਇਹੋ ਸੈਂਟੈਂਸ ਨੂੰ ਰੀਡ ਕਰਦਾ ਹਾਂ ਕਿਸ ਤਰ੍ਹਾਂ? ਚੰਕਸ ਦੇ ਨਾਲ। ਤੁਹਾਨੂੰ ਆਪੇ ਸਮਝ ਆਏਗਾ ਚੰਕਸ ਹੈ ਕੀ ਆ। ਦੇਖੋ, ਡਜ਼ ਯੂਰ ਰਿਸਪੌਂਸ ਡੈਮੋਨਸਟ੍ਰੇਟ ਅ ਸਮੂਥ ਐਫਰਟਲੈਸ ਐਂਡ ਨੈਚੁਰਲ ਰੇਟ ਆਫ ਸਪੀਚ। ਦੇਖੋ ਇਹਨੂੰ ਮੈਂ ਕਿਸ ਤਰ੍ਹਾਂ ਪੜ੍ਹਿਆ। ਮੈਂ ਪਹਿਲਾਂ ਆਹ ਜਿਹੜਾ ਪਾਰਟ ਸੀ, ਮੈਂ ਇਹਨੂੰ ਬਲੂ ਕਲਰ ਨਾਲ ਹਾਈਲਾਈਟ ਕਰਦਾ ਹਾਂ। ਵੇਟ ਕਰੋ ਇੱਕ ਸੈਕਿੰਡ। ਮੈਂ ਇਹਨੂੰ ਕਿਸ ਤਰ੍ਹਾਂ ਕੀਤਾ? ਮੈਂ ਕਿਹਾ ਡਜ਼ ਯੂਰ ਰਿਸਪੌਂਸ ਡੈਮੋਨਸਟ੍ਰੇਟ ਅ ਸਮੂਥ, ਫਿਰ ਮੈਂ ਪੌਜ਼ ਲੈਣਾ, ਐਫਰਟਲੈਸ, ਫਿਰ ਪੌਜ਼ ਲੈਣਾ, ਐਂਡ ਅ ਨੈਚੁਰਲ ਰੇਟ ਆਫ ਸਪੀਚ। ਸੋ ਮੈਂ ਕੀ ਕਰ ਰਿਹਾ? ਦੇਖੋ ਮੈਂ ਕੋਈ ਜਿਹੜੀ ਸਪੀਚ ਪੜ੍ਹਦਾ ਨੂੰ ਮੈਂ ਪਾਰਟਸ ਦੇ ਵਿੱਚ ਪੜ੍ਹਦਾ ਪਿਆ, ਮੀਨਸ ਮੈਂ ਚੰਕਸ ਦੇ ਨਾਲ ਪੜ੍ਹਦਾ। ਮੈਂ ਚੰਕਸ ਮੀਨਸ ਕੁਛ ਬਿਟਸ, ਛੋਟੇ ਛੋਟੇ ਹਿੱਸਿਆਂ ਦੇ ਵਿੱਚ ਸੈਂਟੈਂਸ ਨੂੰ ਤੋੜ ਦੇਣਾ, ਇਹਨੂੰ ਅਸੀਂ ਕਹਿੰਦੇ ਹਾਂ ਚੰਕਸ ਦੇ ਨਾਲ ਰੀਡ ਕਰਨਾ। ਸੋ ਬੱਚੇ ਦਿਸ ਇਜ਼ ਨੋਨ ਐਜ਼ ਫਲੂਐਂਸੀ। ਫਲੂਐਂਸੀ ਦਾ ਮਤਲਬ ਇਹ ਨਹੀਂ ਆ, ਜੇ ਮੈਂ ਇਹਨੂੰ ਦੇਖੋ ਫਾਸਟ ਪੜ੍ਹਾਂਗਾ ਕੀ ਆਏਗਾ? Does your response demonstrate a smooth, effortless and natural rate of speech? ਬੱਚੇ this is a very wrong manner of doing read aloud। ਨਾਲੇ ਇਹਨੂੰ fluency ਨਹੀਂ ਕਿਹਾ ਜਾਂਦਾ। ਸੋ fluency ਦਾ ਮਤਲਬ ਕੀ ਆ? Your rhythm, phrasing, stress,
आर स्मूथ। रिदम मीनस तुसी देखो रिदम की है, डज योर रिस्पॉन्स डेमोस्ट्रेट अ स्मूथ एफर्टलैस एंड नैचुरल रेट ऑफ स्पीच। फ्रीजिंग का मतलब कि मैं चंक्स के विच फ्रेजेस बनाए ने, देखो आ चीज़ है। सो मैं दोबारा दसदा जो मैं हाईलाइट कर रहा प्लीज़ उन्होंने ही पढ़ियो, बाकी चीज़ पर फोकस नहीं करना। सो फ्लूएंसी का मतलब रीड इन चंक्स, डोंट रीड द होल सेंटेंस इन वन गो। ओके, नैक्सट पॉइंट जिते सानू फोकस करने की लोड़ है बच्चे वो हैगा साडे कोल प्रोनाउंसीएशन। प्रोनाउंसीएशन का मतलब की है, देखो जदों मैं कुछ बोल रहा हाँ जे तुहानू मेरी गल समझ नहीं आ रही, इट मीनस मेरी गल करने का कोई फायदा ही नहीं है। सिमिलरली वैन यू आर इन एग्जाम यू विल गेट मार्क्स वैन यू विल हैव क्लैरिटी इन योर स्पीच। सो देखो कहता है ability to produce speech sounds in a similar way to most regular speakers of language। चलो इन्हों छड़ देने, इन्हों ना पढ़ो जे इन्हों इग्नोर कर दें। आ देखो इतों क्लीयर होएगा। pronunciation is scored by determining if your speech is easily understandable to most regular speakers of the English। कि ज़्यादातर ਜਿਹੜੇ अंग्रेजी बोलने वाले स्पीकर ने उन्हां नूं तुहाडी ਜਿਹੜੀ स्पीच आ ਉਹ ਕੀ ਹੋ ਰਿਹਾ ਆ, ਉਹਨਾਂ ਨੂੰ ਉਹ ਜਿਹੜੀ ਸਮਝ ਈਜ਼ੀਲੀ ਆ ਰਹੀ ਹੈ। ਦਿਸ ਇਜ਼ ਦਾ ਪੁਆਇੰਟ ਵਿਚ ਆਈ ਐਮ ਟਰਾਈਂਗ ਟੂ ਟੈਲ ਯੂ। pronunciation means your speech should be easily understandable to most of the regular speakers of the language। क्योंकि बच्चे कोई भी चीज़ है जब तक किसी को समझ नहीं आनी तुहानू बैंड स्कोर कितना मिलणगे। सो मेक श्योर तुहाडे वर्ड्स जिहड़े ने वो क्लीयर होण, क्लीयर बोलो तुसीं उन्हां नूं। एंड अपनी जिहड़ी तुहाडी बोली आ जो तुसीं इंग्लिश बोलना आ ਉਹਦੇ ਵਿੱਚ ਤੁਹਾਡੀ ਫਸਟ ਲੈਂਗੁਏਜ ਦੈਟ ਇਜ਼ ਮੇਰੀ ਦੇਖੋ ਪੰਜਾਬੀ ਆ, ਤੁਹਾਡੀ ਕੋਈ ਹੋ ਸਕਦੀ ਹੋਰ, ਉਹਦੀ ਵਿੱਚ ਤੁਹਾਨੂੰ ਕੋਈ ਵੀ ਝਲਕ ਤੁਹਾਡੀ ਇੰਗਲਿਸ਼ ਦੇ ਵਿੱਚ ਨਹੀਂ ਆਉਣੀ ਚਾਹੀਦੀ। ਸੋ ਨੈਵਰ ਐਵਰ ਟਰਾਈ ਟੂ ਬ੍ਰਿੰਗ ਇਨ ਦੀ ਯੋਰ ਫਸਟ ਲੈਂਗੁਏਜ ਐਕਸੈਂਟ ਵੈਨ ਯੂ ਆਰ ਵਰਕਿੰਗ ਔਨ ਯੋਰ ਪ੍ਰੋਨਾਂਸੀਏਸ਼ਨ। ਓਕੇ, ਸੋ ਕਲੀਅਰ ਬੋਲਣਾ ਆ, ਆਪਣੀ ਪਹਿਲੀ ਭਾਸ਼ਾ ਦੀ ਝਲਕ ਤੁਹਾਡੀ ਇੰਗਲਿਸ਼ ਸਪੀਕਿੰਗ 'ਚ ਨਹੀਂ ਆਉਣੀ ਚਾਹੀਦੀ ਐਂਡ ਕਲੀਅਰ ਬੋਲਣਾ ਹੈ। ਸੋ ਇਹ ਸੀਗਾ ਮੇਰਾ ਦੂਸਰਾ ਪੁਆਇੰਟ। ਤੀਸਰਾ ਪੁਆਇੰਟ ਅਸੀਂ ਗੱਲ ਕਰਦੇ ਹਾਂ ਬੱਚੇ, ਉਹ ਹੈਗਾ ਆ ਜੀ ਕੰਟੈਂਟ। ਕੰਟੈਂਟ ਦਾ ਬੱਚੇ ਮੈਂ ਤੁਹਾਨੂੰ ਇੰਨਾ ਦੱਸਦਾ ਕਿ ਜੋ ਵੀ ਤੁਹਾਨੂੰ ਹੁਣ ਦੇਖੋ ਇਹਦੇ ਵਿੱਚ ਜੇ ਮੈਂ ਨੋਟ ਕਰਾਂ ਤਾਂ ਮੈਨੂੰ ਇੱਥੇ ਵਰਡਸ ਗਿਵਨ ਨੇ ਦੀ ਕਲਾਈਮੇਟ ਆਫ ਡੂਇੰਗ ਬਿਜ਼ਨਸ ਇੰਪਰੂਵਡ ਇਨ ਇਜਿਪਟ। ਹੁਣ ਮੈਂ ਇਜਿਪਟ ਦੀ ਥਾਂ 'ਤੇ ਕੋਈ ਹੋਰ ਵਰਡ ਲਗਾ ਦਿੰਦਾ, ਇੰਡੀਆ ਕਹਿ ਦਿੰਦਾ, ਜਾਂ ਮੈਂ ਇਜਿਪਟ ਨੂੰ ਇਗਨੋਰ ਹੀ ਕਰ ਦਿੰਦਾ, ਮੈਂ ਬੋਲਦਾ ਨਹੀਂ, ਮੈਂ ਇੰਪਰੂਵ ਤੋਂ ਬਸ ਸਿੱਧਾ ਮੋਰ 'ਤੇ ਆ ਜਾਂਦਾ, ਮੈਂ ਵਰਡ ਨੂੰ ਓਮਿਟ ਕਰ ਦਿੰਦਾ, ਮੈਂ ਵਰਡ ਨੂੰ ਰਿਪਲੇਸ ਕੀਤਾ ਸੀ, ਇਜਿਪਟ ਦੀ ਥਾਂ ਕੁਝ ਹੋਰ ਬੋਲਦਾ ਸੀ, ਤਾਂ ਮੇਰੇ ਕੰਟੈਂਟ ਦੇ ਵਿੱਚ ਮਾਰਕਸ ਆਫ ਕੋਰਸ ਮੇਰੇ ਮਾਰਕਸ ਗਵਾਚਣਗੇ। ਸੋ ਇਹ ਕੀ ਕਹਿ ਰਿਹਾ ਆ, कंटेंट इज स्कोर्ड बाय काउंटिंग द नंबर ऑफ करेक्ट वर्ड्स इन योर रिस्पॉन्स। कि जो उत्थे लिखिया सी तुसीं ओहो ही बोलिया। रिप्लेसमेंट कोई वर्ड नूं जे उत्थे कुछ लिखिया उहनूं रिप्लेस ना करो। इंसर्शन कोई वर्ड अपने कोलों, हुण कई बच्चे एस कोलों लगा दिंदे ने, द कोलों लगा दिंदे ने, लाइन नूं पढ़दे सो चीज़ां नहीं करनियां। ओमिशन ऑफ वर्ड्स, देखो कोई भी वर्ड नूं छड्डना नहीं है, ट्राई करो प्रोनाउंस करन दा। हाँ जे कोई वर्ड डिफिकल्ट है उहदे वास्ते एक्स्ट्रा ऑर्डिनरी केस एक्सैप्शनस आर ऑलवेज देयर, सो तुसीं उहनूं ओमिट कर सकदे हो, बट ये चीज़ां दा ध्यान रखना है जो तुसीं स्पीकिंग करनी है अपनी रीड लोड। सो अजे तक असीं गल कीती आ कंटेंट दे बारे, प्रोनाउंसीएशन दे बारे ते फ्लूएंसी दे बारे। ओके, सो लास्ट पॉइंट विच आई मस्ट मैंशन टू यू गाइज वो हैगा है बच्चे साडे कोल कित्थे गया स्ट्रेस। बच्चे दिस इज़ अ वेरी इंपॉर्टेंट आस्पैक्ट ऑफ डूइंग अ इफेक्टिव रीड अलाउड। देखो स्ट्रेस द वर्ड्स दैट कैरी इंपॉर्टेंट इन्फॉर्मेशन। ये बच्चे बहुत वधिया, देखो सैंपल देखो नीचे, ये बड़ा सिंपल देखो तुसी देख रहे हो कोई वर्ड्स अंडरलाइन कीते ने, आ वाले देखो वर्ड्स, ये वर्ड्स अंडरलाइन क्यों कीते हुए ने, बिकॉज ये वर्ड्स जिहड़े ने दीज वर्ड्स आर गिविंग सम इंपॉर्टेंट इन्फॉर्मेशन टू द रीडर कह लो या किसी को भी। हुण असी ना वर्ड नूं जे मैं समूथली पढ़ दूंगा ना मेरी स्पीकिंग चंगी नहीं होनी, समझते हो, क्योंकि मैं वर्ड ते स्ट्रैस नहीं पा रहा। बच्चे मैं जो हाईलाइट कर रहा उन्होंने ही पढ़ियो, होर कुछ ना पढ़ियो, तुसी कन्फ्यूज हो जाओगे। राइट, हुण देखो मैं इनू जो मैं नॉर्मली पढ़दा हाँ फर्स्ट सेंटेंस नूं कितना पढ़दा हाँ मैं, द डिवेलपमेंट ऑफ ईजी टू यूज स्टैटिस्टिकल सॉफ्टवेयर हैज चेंज द वे स्टैटिस्टिक्स इज बीइंग टॉट एंड लर्न। देखो ना मैं नॉर्मल स्पीड ते पढ़िया, बट मैं इनू पढ़िया समूथ फ्लैट टोन दे विच, मेरी वेरीएशनस नहीं सीगियां। बच्चे जे जिंदगी च वेरीएशन ना होण ना इट मीनस यू आर डैड, इत्थे भी यू विल बी डैड जे तुसीं अपनी स्पीच नूं फ्लैट बोलिया तां। ओके, हुण देखो ये कई वर्ड्स मैं किया अंडरलाइन, उन्होंने आप की करांगे स्ट्रैस करांगे, मीनस मैं उन्होंने थोड़ा स्लाइडली लाउड बोलूँगा, ठीक है, उन्होंने उपर मैं एम्फोसिस पाऊँ, थोड़ा जहा मैं जोर पाऊँगा उन्होंने, वो कितना देखो मैं दोबारा रीड करदा हाँ। द डिवेलपमेंट ऑफ ईजी टू यूज स्टैटिस्टिकल सॉफ्टवेयर हैज चेंज द वे स्टैटिस्टिक्स इज बीइंग टॉट एंड लर्नड। देखो मैं कितने फोकस किया, टॉट एंड लर्नड।
स्टूडेंट्स कैन मेक ट्रांसफॉर्मेशंस ऑफ वेरिएबल्स से स्ट्रेस पाया मैं। एंड नोट करो मैं फुल स्टॉप कॉमा इन्हां दे उपर मैं की कर रहा वा, छोटा जिहा बच्चे पॉज लै रहा हाँ, इनू कहते हैं असीं नैचुरल पॉजेज भी लै रहा हाँ। नाल दी नाल मैं की कर रहा हाँ, मैं इन्हां वर्ड के उपर बाकी जिहड़े वर्ड्स ने इन्हां उपर स्ट्रेस पा रहा हाँ, वर्ड्स के उपर ईजी टू यूज़, डेवलपमेंट, टॉट, लर्नड। एंड लैट मी टेल यू वन थिंग, ये सारिया चीज़ों पर जो तुसीं फोकस करोगे यू कैन ईजली एम या ईजली गैट 90 पॉइंट्स इन स्पीकिंग। हुण ये चीज़ रीड अलाउड भी लगती है, रिपीट सेंटेंस भी लगती है, डिस्क्राइब इमेज ते भी लगती है, तो रिटेल लैक्चर ते भी लगती, क्योंकि सारे असीं बोलना आ, पर बोलना किस तरह आ, ये 3 चीज़ों ध्यान रखे, कॉन्टेंट, प्रोनाउंसिएशन, फ्लूएंसी एंड योर स्ट्रेस ऑन वर्ड्स। ओके, सो बच्चों ध्यान देना आ, स्पीकिंग किस तरह करनी आ एंड इंप्रूव योर स्पीकिंग, बिकॉज बाहर जाने तो सिर्फ तुहानूं तुसीं ही रोक सकते हो, होर कोई नहीं रोक सकता, बिकॉज दिस इज़ द एडवाइस विच आई एम गिविंग यू फॉर एब्सोल्यूटली फ्री। थैंक यू वेरी मच।